रहमते किबरिया बहरे खल्के खुदा। अस्सलाम वालेकुम। आज मैं ਤੁਹਾਡੇ ਲਈ ਲੈ ਕੇ ਆਈ ਹਾਂ ਬੇहद ਆਸਾਨ ਔਰ ਬਹੁਤ ਹੀ ਲਜ਼ੀਜ਼ ਕ੍ਰਿਸਪੀ ਜਿਹੜੀ ਹੈ ਕਚੋਰੀ ਦੀ ਰੈਸਪੀ। ਔਰ ਇਹਨੂੰ ਤਿਆਰ ਕਰਨ ਲਈ ਤਾਂ ਟਾਈਮ ਬਹੁਤ ਜ਼ਿਆਦਾ ਲੱਗਦਾ, ਲੇਕਿਨ ਮੈਂ ਤੁਹਾਡੇ ਲਈ ਬਹੁਤ ਆਸਾਨ ਤਰੀਕੇ ਨਾਲ ਬਣਾਉਣ ਲਈ ਕਚੋਰੀ ਦੀ ਰੈਸਪੀ ਲੈ ਕੇ ਆਈ ਹਾਂ। ਔਰ ਇੱਕ ਕੋ ਵੱਧ ਕੇ ਕਿ ਇਹਦਾ ਜਿਹੜਾ ਮਸਾਲਾ ਆ ਵਿੱਚ ਪੈਣਾ ਆ, ਇਹਦੀ ਫੀਲਿੰਗ ਆ, ਉਹ ਤਾਂ ਉਹਦਾ ਬਸ ਕੋਈ ਜਵਾਬ ਹੀ ਨਹੀਂ, ਇੰਨੀ ਮਜ਼ੇਦਾਰ ਆ। ਹਲਵਾਈ ਸਟਾਈਲ ਦੀ ਇਹ ਕਚੋਰੀ ਆ, ਬਹੁਤ ਹੀ ਮਜ਼ੇਦਾਰ ਆ ਔਰ ਲੰਮੀ ਆ। ਕੁਝ ਅੱਜ ਵੀਡੀਓ ਨਾਲ ਹੀ ਰਿਓ। ਆਪਾਂ ਕਰਦੇ ਹਾਂ ਸ਼ੁਰੂ। ਬਿਸਮਿल्लाहिर्रहमानिर्रहीम। ਤਾਂ ਆਟਾ ਲਿਆ ਆ, ਆਟਾ ਨਹੀਂ ਸੌਰੀ ਮੈਦਾ ਲਿਆ ਆ ਮੈਂ, ਤਕਰੀਬਨ ਅੱਧਾ ਕਿਲੋ ਸਾਰਾ। ਇੱਕ ਚਮਚੀ ਭਰ ਕੇ ਮੈਂ ਪਾਤੀ ਲੂਣ ਦੀ, 500 ਗ੍ਰਾਮ ਸੀ। ਔਰ ਇਹਦੇ ਵਿੱਚ ਆਪਾਂ ਪਾ ਦੇਵਾਂਗੇ 3 ਚਮਚੇ ਭਰ ਕੇ ਦੇਸੀ ਘਿਓ ਸੀ ਮੇਰੇ ਕੋਲ, ਮੈਂ ਉਹ ਪਾ ਦਿੱਤਾ। ਤੁਹਾਡੇ ਕੋਲ ਕੋਈ ਵੀ ਹੈ ਕਿ ਤੁਸੀਂ ਉਹ ਪਾ ਦੇਣਾ ਵਾ, ਆਇਲ ਨਾ ਪਾਇਓ, ਘੀ ਪਾਇਓ ਤਾਂ ਉਹਦੇ ਨਾਲ ਬਹੁਤੀ ਖਸਤਾ ਉਹ ਕਰਾਰੀ ਬਣਦੀ ਆ। ਔਰ ਮੈਂ 3 ਚਮਚ ਭਰ ਕੇ ਪਾਤੇ। ਹੁਣ ਆਪਾਂ ਦੇਖਾਂਗੇ ਇਹਦੇ ਵਿੱਚ ਪਾਣੀ ਪਾਵਾਂਗੇ ਕਿ ਕਿੰਨਾ ਕੁ ਇਸ ਡੋ ਨੂੰ ਲੱਗਦਾ ਪਾਣੀ। ਮੈਂ 1 ਕੱਪ ਭਰ ਕੇ ਪਾ ਦਿੱਤਾ ਆ, ਹਜੇ ਤਾਂ ਥੋੜਾ ਜਿਹਾ ਇਹਨੂੰ ਅਸਰ ਨਹੀਂ ਹੋਇਆ। ਦੂਸਰਾ ਮੈਂ ਥੋੜਾ ਜਿਹਾ ਹੋਰ ਪਾਇਆ, ਤਕਰੀਬਨ ਅੱਧਾ ਕਿਲੋ ਪਾਣੀ ਕੇ ਪੌਣੇ 2 ਕੱਪ ਪਏ ਆ ਪਾਣੀ ਦੇ, ਆ ਜਿਹੜੇ ਮੇਰੇ ਕੋਲ ਫੜੇ ਹੋਏ ਸੀਗੇ। ਔਰ ਆ ਜਿਹੜਾ ਆਸੇ-ਪਾਸੇ ਸੁੱਕਾ ਲੱਗਾ ਹੋਇਆ, ਹੁਣ ਇਹਨੂੰ ਆਪਾਂ ਥੋੜਾ ਜਿਹਾ ਇਹਨੂੰ ਨਾ ਗੁੰਨਾਂਗੇ ਤਾਂ ਇਹ ਆਪੇ ਰਲ ਮਿਲ ਜਾਣਾ ਵਿੱਚ, ਤਾਂ ਡੋ ਆਪਣੀ ਫੇ ਤਿਆਰ ਹੋ ਜਾਣੀ ਹੈ। ਡੋ ਨੂੰ ਪਹਿਲੋਂ ਆਪਾਂ ਨਾ ਥੋੜਾ ਜਿਹਾ ਨਾ ਇਹਨਾਂ ਕੁਸ਼ਤੀਆਂ ਕਰਨੀਆਂ, ਇਹਨੂੰ ਚੰਗੀ ਤਰ੍ਹਾਂ ਗੁੰਨਣਾ ਆ। ਇਦਾਂ ਨਾ ਹੋਵੇ ਕਿ ਹੁਣ ਪਹਿਲੇ ਮੈਂ ਸਮੋਸਿਆਂ ਦੀ ਤੁਹਾਨੂੰ ਡੋ ਦੱਸੀ ਸੀ ਕਿ ਉਹਨੂੰ ਉਦਾਂ ਹੀ ਬਸ ਰਲਾ ਕੇ ਰੱਖ ਦੇਣੀ ਆ, ਪਰ ਇਹਨੂੰ ਆਪਾਂ ਥੋੜਾ ਜਿਹਾ ਹੁਣ ਮਲ ਕੇ ਇਹਨੂੰ ਨਾ 5-7 ਮਿੰਟ ਨਾ ਇਹਨੂੰ ਗੁੰਨਣਾ ਆ, ਤਾਂ ਕਿ ਇਹਦੇ ਵਿੱਚ ਥੋੜੀ ਲਚਕ ਪੈਦਾ ਹੋ ਜਾਵੇ ਔਰ ਡੋ ਇੰਨੀ ਨਰਮ ਮੁਲਾਇਮ ਸੌਫਟ ਜੀ ਹੋ ਜਾਵੇ, ਨਾ ਬਹੁਤੀ ਨਰਮ ਹੋਵੇ, ਸਟਿੱਕੀ ਜਿਹੀ ਨਹੀਂ ਹੋਣੀ ਚਾਹੀਦੀ ਇਹ ਡੋ, ਫਿਰ ਤੁਹਾਡੇ ਕੋਲ ਕਾਬੂ ਨਹੀਂ ਹੋਣੀ। ਫਸਟ ਟਾਈਮ ਅਗਰ ਤੁਸੀਂ ਬਣਾਉਣ ਡਏ ਆ ਨਾ ਤਾਂ ਡੋ ਨੂੰ ਥੋੜਾ ਜਿਹਾ ਹਾਰਡ ਰੱਖਿਓ। ਤੁਸੀਂ ਇਹ ਤੋਂ ਅੰਦਾਜ਼ਾ ਕਰ ਸਕਦੇ ਹੋ ਕਿ ਨਾ ਹੀ ਇਹ ਹਾਰਡ ਆ ਨਾ ਹੀ ਇਹ ਨਰਮ ਆ। ਤਾਂ ਇਹਨੂੰ ਹੁਣ ਆਪਾਂ ਮਿਲ ਜੁਲ ਕੇ, ਤਾਂ ਇਹਨੂੰ ਮੇਰੇ ਸ਼ਹਿਜ਼ਾਦੇ ਨੇ ਹੁਣ ਕਾਫੀ ਹਿੰਮਤ ਕੀਤੀ, ਉਹਨੇ ਵੀ ਮੇਰੇ ਨਾਲ ਹਿੰਮਤ ਕਰਾਈ। ਤਾਂ ਚਲੋ ਬਈ ਹੁਣ ਇੱਕ ਤਕਰੀਬਨ 7 ਮਿੰਟ ਅਸੀਂ ਗੁੰਨ ਕੇ ਤਾਂ ਹੁਣ ਇਹਨੂੰ ਕਿਸੇ ਸ਼ੌਪਰ ਦੇ ਵਿੱਚ ਪਾ ਕੇ ਰੱਖ ਦਾਂਗੇ ਅੱਧੇ ਘੰਟੇ ਲਈ, 20 ਮਿੰਟਾਂ ਲਈ। ਆ ਮੇਰੇ ਕੋਲ ਸ਼ਾਰਟਨਿੰਗ ਦੀ ਰੈਸਪੀ ਮੈਂ ਪਹਿਲੇ ਤੁਹਾਨੂੰ ਦੇ ਚੁੱਕੀ ਹਾਂ, ਇਹਦੀ ਲਿੰਕ ਮੈਂ ਡਿਸਕ੍ਰਿਪਸ਼ਨ 'ਚ ਦੇ ਦੂੰਗੀ। ਤਾਂ ਇਹਨੂੰ ਮੈਂ ਲਿਆਵਾ, ਤੁਸੀਂ ਆਮ ਘੇ ਲੈ ਸਕਦੇ ਆ, ਤੁਹਾਡੇ ਕੋਲ ਕੋਈ ਵੀ ਘੇ ਹੋਵੇ ਉਹ ਲੈ ਲਓ, ਜਿਹੜਾ ਵੀ ਘੀ ਹੋਵੇ ਤੁਹਾਡੇ ਕੋਲ ਉਹਨੂੰ ਲੈ ਕੇ ਨਾ 1 ਕੱਪ ਸਾਰਾ, ਤਾਂ ਮੈਂ ਉਹਨੂੰ ਨਾ ਤਕਰੀਬਨ 200 ਗ੍ਰਾਮ ਇਹਨੂੰ ਮੈਂ ਨਾ ਗਰਮ ਕਰ ਲਿਆ ਥੋੜਾ ਜਿਹਾ। ਸ਼ਾਰਟਨਿੰਗ ਜੰਮੀ ਹੋਈ ਸੀ, ਤਾਂ ਮੈਂ ਹੁਣ ਉਹ ਅਕਸਰ ਇਹ ਬੇਕਿੰਗ ਦੇ ਆਈਟਮ ਆ ਉਹਦੇ ਵਿੱਚ ਯੂਜ਼ ਕਰ ਦਿੰਦੀ। ਇਹਦੇ ਵਿੱਚ 3 ਚਮਚੇ ਭਰ ਕੇ ਮੈਂ ਕੌਰਨਫਲੋਰ ਦੇ ਪਾ ਦਾਂਗੇ, ਔਰ 1 ਚਮਚਾ ਮੈਂ ਪੌਣਾ ਕੁ ਜਿਹਾ ਇਹਦੇ ਵਿੱਚ ਬੇਕਿੰਗ ਪਾਊਡਰ ਦਾ ਪਾ ਦਾਂਗੇ, ਬੇਕਿੰਗ ਸੋਡਾ ਨਹੀਂ ਬੇਕਿੰਗ ਪਾਊਡਰ ਦਾ ਪਾ ਦਾਂਗੇ। ਤਾਂ ਇਹਨਾਂ ਕਚੋਰੀਆਂ ਬਹੁਤ ਕ੍ਰਿਸਪੀ ਬਣਦੀਆਂ, ਬਹੁਤ ਮਜ਼ੇਦਾਰ ਬਣਦੀਆਂ ਹੈ। ਔਰ ਮੈਂ ਤੁਹਾਨੂੰ ਪਰਫੈਕਟ ਰੈਸਪੀ ਦਊਂਗੀ। ਇਹਨੂੰ ਰੱਖਿਆ ਗਰਮ ਕਰਕੇ ਮੈਂ ਥੋੜੀ ਦੇਰ ਫ੍ਰਿਜ ਦੇ ਵਿੱਚ ਠੰਡਾ। ਤਾਂ ਮੇਰਾ ਸ਼ਹਿਜ਼ਾਦਾ ਲੱਗ ਗਿਆ, ਹੁਣ ਮੈਂ ਕਿਹਾ ਤੂੰ ਹਨਾ ਕਰ ਜਾਤੀ ਪਿਆਜ਼ ਚੌਪ, ਤਾਂ ਮੈਂ ਜਾਤੀ ਦੂਸਰਾ ਕੰਮ ਕਰ ਲੈਂਦੀ ਆ। ਤਾਂ ਆ ਦੇਖੋ ਪਿਆਜ਼ ਕਿਲੋ ਲਏ ਆ, ਔਰ ਲੈ ਕੇ ਤਾਂ ਇਹਨੂੰ ਨਾ ਆਪਾਂ ਚੌਪ ਕਰ ਲਾਂਗੇ। ਆ ਬਗੈਰ ਇਲੈਕਟ੍ਰਿਕ ਮਸ਼ੀਨ ਆ ਔਰ ਬਹੁਤ ਅੱਛੀ ਆ, ਇਹਨੂੰ ਜ਼ਬਰਦਸਤ ਮਿੰਟਾਂ ਸਕਿੰਟਾਂ 'ਚ ਕੰਮ ਕਰਨ ਵਾਲੀ ਆ। ਫੇਰ ਲਵਾਂਗੇ ਆ ਚਿਕਨ ਬੋਇਲ ਮੈਂ ਕਰਕੇ ਦੇ ਦਿੱਤਾ ਸੀਗਾ, ਤਾਂ ਇਹਨੇ ਕੀ ਕੀਤਾ, ਰੋਲ ਪਿੰਨਾ ਸਾਰੀ ਇਦਾਂ ਕਰਕੇ ਤਾਂ ਲੈ ਵੀ ਇੰਨੇ ਸੋਹਣੇ ਇਹਦੇ ਬਣ ਗਏ ਰੇਸ਼ੇ। ਤੁਸੀਂ ਵੀ ਇੱਦਾਂ ਬਣਾ ਕੇ ਇੱਕ ਵਾਰੀ ਦੇਖਿਓ ਕਿ ਕਿੰਨਾ ਜ਼ਬਰਦਸਤ ਇਹਨਾਂ ਨਾ ਸ਼ਰੈਡ ਹੁੰਦਾ ਆ, ਔਰ ਇਹਦੇ ਰੇਸ਼ੇ ਵੀ ਨਹੀਂ ਟੁੱਟਦੇ, ਲੰਬੇ ਆਪਾਂ ਨੂੰ ਫੀਲਿੰਗ 'ਚ ਰੇਸ਼ੇ ਚਾਹੀਦੇ ਹੁੰਦੇ ਆ। ਤਾਂ ਬੋਇਲ ਕਰਕੇ ਮੈਂ ਦੇ ਦਿੱਤਾ ਸੀਗਾ, ਸਾਰਾ ਰੇਸ਼ੇ ਬਣਾਇਆ। ਰੇਸ਼ੇ ਬਣਾ ਕੇ ਤਕਰੀਬਨ ਇਹ ਜਿਹੜਾ ਚਿਕਨ ਮੈਂ ਲਿਆ ਸੀਗਾ ਅੱਧਾ ਕਿਲੋ ਮੈਂ ਬੋਇਲ ਕਰ ਲਿਆ, ਔਰ ਇਹਦੇ ਵਿੱਚ ਕੋਈ ਨਮਕ ਵਗੈਰਾ ਨਹੀਂ, ਕੋਈ ਕੁਛ ਨਹੀਂ, ਪਾਣੀ ਦੇ ਵਿੱਚ ਬੋਇਲ ਕਰਕੇ ਤਾਂ ਬਸ ਇਹਦੇ ਰੇਸ਼ੇ ਕਰ ਲਏ ਆ। ਤਾਂ ਆ ਜਾਈਏ ਹੁਣ ਮਸਾਲੇ ਦੀ ਤਰਫ। ਇਹਦੇ ਵਿੱਚ 3 ਚਮਚੀਆਂ ਮੈਂ ਭਰ ਕੇ ਪਾਈਆਂ ਵਾ, ਘੀ ਦੀਆਂ ਹੀ ਪਾ ਲਏ, ਚਾਹੇ ਇਹਦੇ ਵਿੱਚ ਤੁਸੀਂ ਆਇਲ ਪਾ ਲਓ, ਪਰ ਮੇਰੇ ਕੋਲ ਘੀ ਸੀ ਦੇਸੀ, ਮੈਂ ਸਾਰੇ ਉਹੀ ਚਲਾਈ ਜਾਂਦੀ ਹਾਂ। ਹੁਣ ਤਾਂ ਇਹਦੇ ਵਿੱਚ ਪਾ ਦਾਂਗੇ ਮਿਰਚ, ਅਦਰਕ, ਲਸਣ ਦੇ ਕੁੱਟੇ ਹੋਏ ਮੇਰੇ ਕੋਲ ਰੱਖੇ ਹੋਏ ਆ, ਇਹ ਪੇਸਟ 3 ਚਮਚੀਆਂ ਭਰ ਕੇ ਪਾ ਦਾਂਗੇ। ਇਹਨੂੰ ਸਾੜਨਾ ਨਹੀਂ, ਇਹਨੂੰ ਥੋੜਾ ਜਿਹਾ ਭੁੰਨਣਾ ਪਹਿਲੇ, ਤਾਂ ਕਿ ਇਹਦੀ ਥੋੜਾ ਜਿਹਾ ਅਰੋਮਾ ਸੋਹਣਾ ਜਿਹਾ ਆ ਜਾਵੇ। ਔਰ ਸਾਰੇ ਘਰ ਦੇ ਵਿੱਚ ਇੰਨਾ ਸੋਹਣਾ ਇਹਦਾ ਅਰੋਮਾ ਜਦੋਂ ਆਉਂਦਾ ਬਹੁਤ। ਇਹਦੇ ਵਿੱਚ ਪਾ ਦਾਂਗੇ ਆਪਾਂ ਜਿਹੜੇ ਚੌਪ ਕੀਤੇ ਹੋਏ ਪਿਆਜ਼ ਆ। ਪਿਆਜ਼ ਜਿਹੜੇ ਮੈਂ ਲਏ ਸੀਗੇ ਇਹ 1 ਕਿਲੋ ਸਾਰੇ ਸੀਗੇ, ਅੱਧਾ ਕਿਲੋ ਚਿਕਨ ਸੀਗਾ ਔਰ 1 ਕਿਲੋ ਮੈਂ ਪਿਆਜ਼ ਲਏ ਸੀਗੇ, ਕਾਫੀ ਸਾਰੇ ਸੀਗੇ। ਔਰ ਇਹਦੇ ਵਿੱਚੋਂ ਪਾਣੀ ਵੀ ਨਹੀਂ ਨਿਚੋੜਨਾ, ਪਾਣੀ ਵੀ ਵਿੱਚ ਹੀ ਰੱਖ ਕੇ ਇਹਨੂੰ ਪਕਾਉਣਾ ਵਾ, ਇਹ ਸੌਫਟ ਹੋ ਜਾਣ। ਇਹਦੇ ਵਿੱਚ ਮੈਂ ਇਹਨੂੰ ਢੱਕ ਦੇ ਕੇ ਰੱਖਤਾ ਸੀ, ਦੇਖੋ ਕਿੰਨੇ ਸੌਫਟ ਹੋ ਗਏ, ਸ਼ਕਲੋਂ ਦਿਸਦੇ ਹੋਣੇ ਆ ਤੁਹਾਨੂੰ। 2 ਚਮਚੀਆਂ ਮੈਂ ਪਾਈਆਂ ਕੁੱਟੀਆਂ ਮਿਰਚਾਂ ਦੀਆਂ, ਔਰ 1 ਚਮਚੀ ਮੈਂ ਭਰ ਕੇ ਪਾਈ ਆ ਹਲਦੀ ਦੀ, ਔਰ 1 ਚਮਚੀ ਭਰ ਕੇ ਪਾਈ ਆ ਪਿਸੀ ਹੋਈ ਲਾਲ ਮਿਰਚ ਦੀ, ਔਰ 1 ਚਮਚੀ ਭਰ ਕੇ ਪਾਈ ਆ ਮੈਂ ਕਾਲੀਆਂ ਮਿਰਚਾਂ ਦੀ। ਹੁਣ ਲੂਣ ਪਾ ਦਾਂਗੇ, ਲੂਣ ਇਹਦੇ ਵਿੱਚ ਪੂਰਾ ਰੱਖਣਾ ਆ, ਲੂਣ ਘੱਟ ਹੋਇਆ ਤਾਂ ਫੀਲਿੰਗ ਆਪਣੀ ਮਜ਼ੇਦਾਰ ਨਹੀਂ ਹੋਣੀ। 2 ਚਮਚੀਆਂ ਮੈਂ ਪਾ ਦਿੱਤੀਆਂ, ਅੱਲਾ ਦਾ ਨਾਂ ਲੈ ਕੇ, ਤਾਂ ਰੋਜ਼ੇ ਸਾਰਿਆਂ ਦੇ ਆ। ਹੁਣ ਇਹਦੇ ਵਿੱਚ ਇੰਨਾ ਹੀ ਆ ਜਾਣਾ ਪਰਫੈਕਟ ਇਨਸ਼ਾਅੱਲਾ ਤਾਲਾ, ਕਿਉਂਕਿ ਪਿਆਜ਼ ਥੋੜੇ ਮਿੱਠੇ ਹੁੰਦੇ ਆ, ਤਾਂ ਇਹਦੇ ਵਿੱਚ ਨਮਕ ਪੂਰਾ ਹੋਣਾ ਚਾਹੀਦਾ, ਨਹੀਂ ਤਾਂ ਫਿਰ ਆਪਣੀ ਫੀਲਿੰਗ ਦਾ ਕੋਈ ਜ਼ਾਇਕਾ ਮਜ਼ੇਦਾਰ ਨਹੀਂ ਬਣਨੀ ਹੈਗੀ। ਤੇ ਦੇਖੋ ਹੁਣ ਕਿੰਨਾ ਸੋਹਣਾ ਭੁੱਜ ਗਿਆ ਵਾ, ਕੱਚਾ ਨਹੀਂ ਰੱਖਣਾ। ਇਹਦੀ ਸਮੈਲ ਪਿਆਜ਼ਾਂ ਦੀ ਸਾਰੀ ਖਤਮ ਉਦੋਂ ਹੀ ਹੁੰਦੀ ਜਦੋਂ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨਣਾ ਹੁੰਦਾ। ਆਇਲ ਵੀ ਘੱਟ ਹੁੰਦਾ ਆ, ਪਰ ਇਹਨੂੰ ਧਿਆਨ ਨਾਲ ਭੁੰਨਣਾ ਕਿ ਨੀਚੇ ਵੀ ਨਾ ਲੱਗੇ। ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਚਿਕਨ ਜਿਹੜਾ ਸ਼ਰੈਡ ਕੀਤਾ ਹੋਇਆ ਸੀਗਾ, ਆ ਦੇਖੋ ਸਾਰਾ। ਹੁਣ ਇਹਨੂੰ ਰਲਾ ਮਿਲਾ ਲਾਂਗੇ, ਔਰ ਇਹਦੇ ਵਿੱਚ ਬਾਕੀ ਦੇ ਮਸਾਲੇ ਹਜੇ ਰਹਿੰਦੇ ਆ, ਤੁਸੀਂ ਠਹਿਰੋ, ਉਹ
ਤਾਜ਼ੇ ਰਹਿੰਦੇ ਆ। ਉਹ ਆਖਲੀਆਂ ਖੁਸ਼ਬੂਆਂ ਜਿਹੜੀਆਂ ਇਹਨਾਂ ਦੀਆਂ ਆਉਣੀਆਂ ਨਾ। ਗਰਮ ਮਸਾਲਾ ਭਰ ਕੇ ਮੈਂ 1 ਚਮਚਾ ਪਾ ਦਿੱਤਾ ਆਮ ਜਿਹੜਾ ਘਰ ਦੇ ਵਿੱਚ ਆ, ਉਹਦੇ ਵਿੱਚ ਥੋੜ੍ਹੀ ਜਿਹੀ ਹਲਦੀ ਮੈਂ ਹੋਰ ਪਾਈ। ਫਿਰ ਚੇਤਾ ਆਇਆ ਚਿਕਨ ਮਸਾਲਾ ਵੀ ਨਹੀਂ ਪਾਇਆ, ਚਿਕਨ ਪਾਊਡਰ ਉਹ ਫਿਰ ਲੈ ਕੇ ਆ ਕੇ ਉਹ ਪਾਇਆ 1 ਭਰ ਕੇ ਚਮਚੀ, ਔਰ ਉਹਦੇ ਵਿੱਚ ਥੋੜ੍ਹਾ ਜਿਹਾ ਆਪਾਂ ਸੁੱਕਾ ਧਨੀਆ ਪਾ ਦਿੱਤਾ 1 ਚਮਚੀ। ਆਹ ਸਾਰੇ ਟੋਟਲ ਮਸਾਲੇ ਆ। ਮੈਂ ਕੋਸ਼ਿਸ਼ ਕਰੂੰਗੀ ਡਿਸਕ੍ਰਿਪਸ਼ਨ 'ਚ ਇਹਦੀ ਦੇ ਦੇਵਾਂ। ਔਰ ਫਿਰ ਇਹਦੇ ਵਿੱਚ ਪਾ ਦੇਵਾਂਗੇ 2 ਚਮਚੀਆਂ ਸੋਇਆ ਸੌਸ ਦੀਆਂ, ਔਰ 4 ਚਮਚੀਆਂ ਵਿੱਚ ਚਿੱਲੀ ਸੌਸ ਦੀਆਂ ਪਾ ਦਿੱਤੀਆਂ। ਔਰ ਇਹਦੇ ਵਿੱਚ ਇੱਕ ਆਹ ਜਿਹੜੀਆਂ ਇਹ ਵੱਡੀ ਚਮਚੀ ਇਹਦੇ ਵਿੱਚ 2 ਚਮਚੀਆਂ ਪੈਂਦੀਆਂ, 2 ਖਾਣੇ ਵਾਲੀਆਂ ਚਮਚੀਆਂ ਪਾ ਦਾਂਗੇ ਵਿੱਚ ਸਿਰਕੇ ਦੀਆਂ, ਔਰ ਇਹ 2 ਜਾਂ 3 ਚਮਚੀਆਂ ਇਹਦੇ ਵਿੱਚ ਕੈਚਅਪ ਦੀਆਂ ਪਾ ਦਾਂਗੇ। ਤਾਂ ਇਹਦੇ ਨਾਲ ਇੰਨਾ ਸੋਹਣਾ ਜੂਸੀ ਔਰ ਇੰਨਾ ਸੋਹਣਾ ਇਹਦਾ ਮਸਾਲੇ ਦਾ ਜ਼ਾਇਕਾ ਆਉਂਦਾ ਕਿ ਤੁਸੀਂ ਜਦੋਂ ਇਹ ਬਣਾਓਗੇ ਖਾਓਗੇ ਤੇ ਮੈਨੂੰ ਦੁਆਵਾਂ ਦਓਗੇ ਕਿ ਮੈਂ ਤੁਹਾਨੂੰ ਕੋਈ ਚੀਜ਼ ਦੱਸੀ ਆ। ਇੰਨਾ ਸੋਹਣਾ ਇਹਨੂੰ ਬਣਾ ਕੇ ਤੇ ਚਲੋ ਵੀ ਆਪਣੀ ਹੋ ਗਈ ਫਿਲਿੰਗ ਤਿਆਰ। ਤੇ ਇਹਨੂੰ ਚੰਗੀ ਤਰ੍ਹਾਂ ਰਲਾ ਮਿਲਾ ਕੇ ਹੁਣ ਇਹਨੂੰ ਆਪਾਂ ਠੰਡਾ ਹੋਣ ਨੂੰ ਰੱਖ ਦਾਂਗੇ। ਬਾਕੀ ਕਰਾਂਗੇ ਦੂਸਰੇ ਕੰਮ ਜਿਹੜੇ ਹੁਣ ਕਰਨੇ ਵਾਲੇ ਆ। ਅਸਲ ਦੇ ਵਿੱਚ ਤਾਂ ਕੰਮ ਹੁਣ ਆਪਣਾ ਕਚੋਰੀਆਂ ਵਾਲਾ ਸਟਾਰਟ ਹੋਣਾ ਹੈ। ਵੈਸੇ ਬਹੁਤ ਸਾਰੇ ਲੋਕ ਇਹਨੂੰ ਇਦਾਂ ਹੀ ਆਟਾ ਗੁੰਨ ਕੇ ਅਲੱਗ-ਅਲੱਗ ਪੇੜੇ ਬਣਾ ਕੇ ਉਹਨੂੰ ਬੇਲਦੇ ਆ, ਫਿਰ ਉਹਨੂੰ ਪੇੜੀਆਂ ਬਣਾਉਂਦੇ ਆ। ਪਰ ਮੈਂ ਟਾਈਮ ਥੋੜਾ ਸੀਗਾ, ਮੈਂ ਹੁਣ ਕੋਸ਼ਿਸ਼ ਕਰਕੇ ਤੇ ਇਹਨੂੰ ਆਪਾਂ ਇਦਾਂ ਹੀ ਕਰਾਂਗੇ। ਹੁਣ ਤੁਸੀਂ ਦੇਖੋ ਕਿੰਨੀ ਸੋਹਣੀ ਡੋ ਆ, ਇੰਨੀ ਮੁਲਾਇਮ, ਇੰਨੀ ਸੋਹਣੀ ਬਣੀ ਆ, ਔਰ ਸੌਫਟ ਵੀ ਹੋ ਗਈ ਆ। ਪਹਿਲਾਂ ਥੋੜੀ ਜਿਹੀ ਹਾਰਡ ਲੱਗਣ ਡਈ ਸੀ, ਹੁਣ ਥੋੜੀ ਸੌਫਟ ਵੀ ਹੋ ਗਈ। ਹੁਣ ਆਪਾਂ ਇਹਨੂੰ ਬੇਲ ਲਵਾਂਗੇ। ਬੇਲ ਕੇ ਤਾਂ ਇਹਨੂੰ ਵੱਡੀ ਸਾਰੀ ਰੋਟੀ ਬਣਾ ਲਾਂਗੇ ਚਕੋਰ ਜੀ, ਤਾਂ ਕਿ ਨਾ ਆਪਾਂ ਹੁਣ ਇਹਦੀ ਬਣਾਵਾਂਗੇ ਪਫ ਪੇਸਟਰੀ ਨਹੀਂ ਬਣਦੀ ਹੁੰਦੀ ਜਿੱਦਾਂ ਉਹਦੇ ਵਿੱਚ ਆਈਟਮ ਬਣਦੇ ਆ, ਤਾਂ ਆਪਣੇ ਸੈਂਡਵਿਚ ਬਣਦੇ ਆ, ਕੋਈ ਵੀ ਚੀਜ਼ਾਂ ਇਦਾਂ ਦੀਆਂ। ਕਚੋਰੀ ਦੇ ਵਿੱਚ ਆਪਾਂ ਇਦਾਂ ਬਣਾਵਾਂਗੇ ਔਰ ਬਹੁਤ ਜਲਦੀ ਬਣ ਜਾਂਦਾ ਆ। ਕੋਈ ਇਹਦੇ ਵਿੱਚ ਟਾਈਮ ਨਹੀਂ ਲੱਗਦਾ, ਬਸ ਟਾਈਮ ਲੱਗਦਾ ਤਾਂ ਇੱਥੇ ਲੱਗਦਾ ਥੋੜਾ ਜਿਹਾ ਜ਼ੋਰ ਲੱਗਦਾ ਰੋਜ਼ੇ ਦੇ ਵਿੱਚ। ਤਾਂ ਫਿਰ ਇੱਥੇ ਵੀ ਮੇਰਾ ਸ਼ਹਿਜ਼ਾਦਾ ਮੇਰੇ ਕੰਮ ਆਉਂਦਾ ਵਾ। ਲੰਬੀ ਜ਼ਿੰਦਗੀ ਦੇਵੇ ਮੇਰਾ ਸ਼ਹਿਜ਼ਾਦਾ, ਹਰ ਕੰਮ ਦੇ ਵਿੱਚ ਮੇਰੇ ਨਾਲ ਹੁੰਦਾ ਆ। ਉਹਨੂੰ ਹੋਏਗਾ ਵੀ ਬੜਾ ਸ਼ੌਕ ਆ, ਚੱਲ ਵੀ ਹੁਣ ਇਹਨੇ ਰੋਲ ਪਿੰਨਾ ਕਹਿੰਦਾ ਆਪ ਹੀ ਕਰੂੰਗਾ। ਚਲੋ ਵੀ ਹੁਣ ਇਹਨੂੰ ਘੁਮਾ ਕੇ ਤਾਂ ਮਾਸ਼ਾਅੱਲਾ ਹੁਣ ਵੱਡੀ ਸਾਰੀ ਕਰ ਲਈ ਆ ਰੋਟੀ। ਹੁਣ ਆਪਾਂ ਜਿਹੜੀ ਉਹ ਸਲਰੀ ਜੀ ਬਣਾਈ ਸੀਗੀ, ਜਿਹੜੀ ਉਹ ਮੈਂ ਫ੍ਰਿਜ 'ਚ ਰੱਖੀ ਸੀ, ਹੁਣ ਉਹਨੂੰ ਕੱਢ ਕੇ ਥੋੜਾ ਜਿਹਾ ਮੈਂ ਚਮਚੀਆਂ ਨਾਲ ਫੂੰ ਲਵਾਂ, ਔਰ ਉਹਨੂੰ ਚੰਗੀ ਜਿਹੀ ਕਰੀਮ ਬਣਾ ਲੈਣੀ। ਉਹਦੇ ਵਿੱਚ ਗੁਟਲੀਆਂ ਨਾ ਰਵੇ, ਉਹਦੇ ਫਿਰ ਉਹਦਾ ਰੰਗ ਵੀ ਚਿੱਟਾ ਜਿਹਾ ਹੀ ਹੋ ਜਾਂਦਾ ਜਦੋਂ ਆਪਾਂ ਚੰਗੀ ਤਰ੍ਹਾਂ ਫੈਂਟਦੇ ਆ ਨਾ, ਫਿਰ ਉਹਦਾ ਬਹੁਤ ਸੋਹਣਾ ਆ ਜਾਂਦਾ। ਮੈਂ ਸਾਰੀ ਰੋਟੀ ਤੇ ਫੈਲਾ ਦੂੰਗੀ, ਫੈਲਾ ਕੇ ਤਾਂ ਫਿਰ ਇਹਨੂੰ ਆਪਾਂ ਸਾਰੀ ਰੋਟੀ ਦੇ ਉੱਤੇ ਲਾਉਣਾ ਵਾ। ਵੱਡੀ ਸਾਰੀ ਰੋਟੀ ਆ ਮਾਸ਼ਾਅੱਲਾ। ਹੁਣ ਅੱਧਾ ਕਿਲੋ ਦੀ ਡੋ ਹੋਵੇ, 500-600 ਗ੍ਰਾਮ ਆਟਾ ਸੀਗਾ, ਮੈਦਾ ਸੀਗਾ ਮੇਰੇ ਕੋਲ। ਉਹਦੇ ਉੱਤੇ ਸਾਰੀ ਸਪੈਚੂਲਾ ਨਾਲ ਮੈਂ ਹੁਣ ਫੈਲਾ ਦੇਣੀ ਹੈ। ਕੋਈ ਜਗ੍ਹਾ ਖਾਲੀ ਨਾ ਰਵੇ, ਇੱਦਾਂ ਫੈਲਾ ਦੇਣੀ ਹੈ ਕਿ ਕੋਈ ਇੰਨੀ ਕੁ ਜਗ੍ਹਾ ਵੀ ਨਾ ਖਾਲੀ ਰਵੇ। ਆਹ ਦੇਖੋ ਹੁਣ ਤੁਸੀਂ ਅੰਦਾਜ਼ਾ ਕਰ ਲੈਣਾ। ਹੁਣ ਮੈਂ ਇਹਦੀ ਲਾਉਂਗੀ ਤੈਅ। ਇੱਧਰੋਂ ਇੱਕ ਚੁੱਕ ਕੇ ਇੱਧਰ ਨੂੰ ਲਾ ਦੇਣਾ, ਉੱਧਰੋਂ ਚੁੱਕ ਕੇ ਇਹਦੇ ਉੱਤੇ ਪੂਰੀ ਫੋਲਡ ਕਰ ਦੇਣੀ ਹੈ। ਕਨੂਰੀਆਂ ਖਿੱਚ ਕੇ ਨਾ ਇਹਨੂੰ ਵੀ ਇੱਦਾਂ ਬਿਲਕੁਲ ਬਰਾਬਰ ਕਰ ਦੇਣੀ ਆ। ਦੇਖੋ ਹੁਣ ਦਬਾ ਕੇ ਇਹਨੂੰ ਹੁਣ ਆਪਾਂ ਇੱਦਾਂ ਕਰਕੇ ਆ ਦੇਖੋ ਹੁਣ ਥੋੜਾ ਜਿਹਾ ਤਾਂ ਕਿ ਬਾਹਰ ਨਾ ਨਿਕਲੇ। ਆ ਲੈ ਹੁਣ ਇਹਦੇ ਉੱਤੇ ਪਾ ਕੇ ਆਪਣੀ ਹੁਣ ਇੰਨੀ ਸੋਹਣੀਆਂ ਬਣ ਗਈ ਪਫ ਪੇਸਟਰੀ। ਤੇ ਇਨਸ਼ਾਅੱਲਾ ਇਹਦੀਆਂ ਮੈਂ ਬੇਕਰੀ ਦੇ ਆਈਟਮਾਂ ਇਹਦੀਆਂ ਮੈਂ ਰੈਸਪੀ ਤੁਹਾਨੂੰ ਜ਼ਰੂਰ ਦਊਂਗੀ, ਬਹੁਤ ਮਜ਼ੇਦਾਰ ਬਣਦੀਆਂ ਹੈ। ਹੁਣ ਇਹਨੂੰ ਆਪਾਂ ਪਾਵਾਂਗੇ ਥੈਲੀ 'ਚ ਪਾ ਕੇ ਮੈਂ ਰੱਖ ਦਿੱਤਾ ਸੀ ਇਹਨੂੰ 10-15 ਮਿੰਟ ਲਈ ਫ੍ਰਿਜ ਦੇ ਨੀਚੇ ਵਾਲੇ ਖਾਨੇ ਦੇ ਵਿੱਚ, ਤਾਂ ਕਿ ਥੋੜਾ ਜਿਹਾ ਰੈਸਟ ਵੀ ਹੋ ਜਾਵੇ। ਉਹ ਕਿਉਂਕਿ ਜਦੋਂ ਇਹਨੂੰ ਬੇਲਦੇ ਆ ਨਾ ਥੋੜੀ ਜਿਹੀ ਫਿਰ ਸਟਿੱਕੀ ਜੀ ਹੋ ਜਾਂਦੀ ਹੈ, ਸਟਿੱਕੀ ਨਹੀਂ ਚਾਹੀਦੀ ਥੋੜੀ ਜਿਹੀ ਇਹ ਫਿਰ ਬੇਲਣੇ ਦੇ ਵਿੱਚ, ਕਿਉਂਕਿ ਹਜੇ ਆਪਾਂ ਇੱਕ ਦਫਾ ਇਹਨੂੰ ਹੋਰ ਬੇਲਣਾ ਹੈ। ਤਾਂ 15 ਮਿੰਟ ਹੋ ਗਏ ਸੀ, ਮੈਂ ਇਹਨੂੰ ਫਿਰ ਦੁਬਾਰਾ ਕੱਢ ਕੇ ਤਾਂ ਹੁਣ ਚਲੋ ਬਈ ਇਹਨੂੰ ਫਿਰ ਇਹਨਾਂ ਕੁਸ਼ਤੀਆਂ ਕਰਦੇ ਆ। ਇਹਨੂੰ ਫਿਰ ਬੇਲਾਂਗੇ ਰੋਲ ਪਿੰਨਾ ਚੰਗੀ ਤਰ੍ਹਾਂ ਸੁੱਕਾ ਖੁਸ਼ਕਾ ਜਿਹਾ ਲਾ ਲਈਏ ਤਾਂ ਹੇਠ ਨਾ ਚਿਪਕੇ ਕਾਊਂਟਰ ਤੇ ਚੰਗੀ ਤਰ੍ਹਾਂ। ਆ ਦੇਖੋ ਹੁਣ ਮੈਂ ਥੋੜਾ ਜਿਹਾ ਪਹਿਲਾਂ ਇੱਦਾਂ ਦਾ ਕਰਕੇ ਤਾਂ ਇਹਨੂੰ ਨਾ ਫੈਲਾ ਲੈਣਾ ਵਾ, ਫੈਲਾ ਕੇ ਤਾਂ ਇਹਨੂੰ ਬੇਲਣਾ ਸ਼ੁਰੂ ਕਰ ਦੇਣਾ ਵਾ। ਬੇਲ ਕੇ ਤਾਂ ਫਿਰ ਇਹਨੂੰ ਵੱਡੀ ਸਾਰੀ ਰੋਟੀ ਕਰਨੀ ਆ। ਰੋਟੀ ਕਰਕੇ ਤਾਂ ਫਿਰ ਇਹਨੂੰ ਕੀ ਕਰਨਾ, ਨਾਲ ਹੀ ਰਿਓ। ਅਗਰ ਤੁਹਾਨੂੰ ਥੋੜੀ ਜਿਹੀ ਵੀ ਮੇਰੀ ਵੀਡੀਓ ਪਸੰਦ ਆਉਂਦੀ ਆ ਤਾਂ ਲਾਈਕ ਸ਼ੇਅਰ ਲਾਜ਼ਮੀ ਕਰਿਓ, ਔਰ ਸਬਸਕ੍ਰਾਈਬ ਜ਼ਰੂਰ ਕਰਿਓ, ਔਰ ਸੋਹਣਾ ਜਿਹਾ ਕਮੈਂਟ ਵੀ ਕਰਿਓ। ਔਰ ਮੈਨੂੰ ਦੱਸਿਓ ਤੁਸੀਂ ਕਿੱਥੋਂ ਮੈਨੂੰ ਦੇਖਦੇ ਆ, ਕਿਹੜੇ ਸ਼ਹਿਰ 'ਚੋਂ ਦੇਖਦੇ ਆ। ਕਮੈਂਟ ਜਿਹੜੇ ਤੁਸੀਂ ਕਰਦੇ ਆ ਮੈਂ ਉਹਨਾਂ ਦਾ ਜਵਾਬ ਵੀ ਦਿੰਦੀ ਆ, ਔਰ ਮੈਨੂੰ ਖੁਸ਼ੀ ਵੀ ਬੜੀ ਹੁੰਦੀ ਆ। ਤਾਂ ਉਹ ਫਿਰ ਦੁਬਾਰਾ ਤਾਂ ਇਹਨੂੰ ਬੇਲ ਕੇ ਤਾਂ ਇਹਨੂੰ ਵੱਡੀ ਸਾਰੀ ਰੋਟੀ ਫਿਰ ਕਰ ਲਾਂਗੇ। ਤਾਂ ਇਹਨੂੰ ਇਹ ਸਟੈਪ ਕਰਨੇ ਬਹੁਤ ਜ਼ਰੂਰੀ ਹੈ। ਇੱਥੇ ਥੋੜਾ ਜਿਹਾ ਟਾਈਮ ਲੱਗਦਾ ਆ, ਬਾਕੀ ਉੱਦਾਂ ਇੰਨਾ ਟਾਈਮ ਨਹੀਂ ਸੀ ਲੱਗਾ। ਇਹਨੂੰ ਥੋੜਾ ਜਿਹਾ ਟਾਈਮ ਲੱਗਾ ਸੀ ਕਿਉਂਕਿ ਇਹਨੂੰ ਰੈਸਟ ਦੇਣਾ ਬਹੁਤ ਜ਼ਰੂਰੀ ਹੁੰਦਾ ਵਾ। 15 ਮਿੰਟ ਫਿਰ ਮੈਂ ਰੈਸਟ ਦੇਣਾ ਵਾ। ਫਿਰ ਇਹਨੂੰ ਇੱਦਾਂ ਜਿੱਦਾਂ ਪਹਿਲੇ ਆਪਾਂ ਬਣਾਈ ਸੀ ਉਸੇ ਤਰੀਕੇ ਨਾਲ ਫਿਰ ਬਣਾਉਣਾ ਵਾ। ਬਣਾ ਕੇ ਤਾਂ ਇਹਨੂੰ ਆਪਾਂ ਫਿਰ ਦੁਬਾਰਾ ਤੋਂ ਰੈਸਟ ਦੇਣਾ ਵਾ ਦੇ ਕੇ ਮੈਂ ਇਹਨੂੰ ਫਿਰ ਰੱਖਿਆ ਸੀ ਫਿਰ 15 ਮਿੰਟ ਨਾ ਫ੍ਰਿਜ ਦੇ ਵਿੱਚ ਹੀ, ਤਾਂ ਕਿ ਇਹਨੂੰ ਜਿਹੜਾ ਇਹਦੇ ਵਿੱਚ ਘੇ ਆ ਨਾ ਜੰਮ ਜਾਂਦਾ ਆ, ਔਰ ਬਹੁਤ ਅੱਛੇ ਤਰੀਕੇ ਨਾਲ ਫਿਰ ਇਹ ਨਾ ਬਣਨਾ ਵਾ। ਫ੍ਰਿਜ 'ਚ ਰੱਖੀ ਸੀ ਤੇ ਫਿਰ ਹੁਣ ਕੱਢੀ ਆ। ਆਖਰੀ ਆਪਣਾ ਮਰਹਲਾ ਵਾ ਇਨਸ਼ਾਅੱਲਾ ਤਾਲਾ। ਹੁਣ ਤੁਹਾਨੂੰ ਬਾਰ-ਬਾਰ ਨਹੀਂ ਦੇਖਣੀ ਪੈਣੀ ਹੈਗੀ ਵੀਡੀਓ। ਹੁਣ ਤੁਸੀਂ ਆ ਦੇਖੋ ਹੁਣ ਕੱਢ ਲਈ ਆ। ਕੱਢ ਕੇ ਤਾਂ ਹੁਣ ਆਪਾਂ ਫਿਰ ਇਹਨੂੰ ਰੋਲ ਪਿੰਨਾ ਬੇਲ ਲਵਾਂਗੇ। ਬੇਲ ਕੇ ਤਾਂ ਇਹਨੂੰ ਫਿਰ ਆਪਾਂ ਕੀ ਕਰਨਾ ਆ। ਤਾਂ ਹੁਣ ਆਪਣੀਆਂ ਕਚੋਰੀਆਂ ਬਣੀਆਂ ਸੀ। ਤੁਹਾਨੂੰ ਮੈਂ ਕੀ ਦੱਸਾਂ ਇੰਨੀ ਸੋਹਣੀ। ਫਿਰ ਤੁਸੀਂ ਕਹਿੰਦੇ ਆ ਕਿ ਆਪਣੇ ਮੂੰਹ ਨਾਲ ਆਪੇ ਤਾਰੀਫ ਕਰਦੇ ਯੂਟਿਊਬਰ। ਤਾਰੀਫ ਤਾਂ ਆਪ ਹੀ ਕਰਨੀ ਜਦੋਂ ਚੀਜ਼ ਚੰਗੀ ਬਣਦੀ ਹੈ। ਪਰਫੈਕਟ ਰੈਸਪੀ ਤੁਹਾਨੂੰ ਇਨਸ਼ਾਅੱਲਾ ਦੇਵਾਂਗੇ, ਕੋਈ ਇਹਦੇ ਵਿੱਚ ਹੇਰ ਗੇਰ ਨਹੀਂ। ਬਹੁਤ ਸਾਰੇ ਅਸੀਂ ਰੈਸਪੀ ਮੈਂ ਖੁਦ ਜਦੋਂ ਕਰਦੀ ਹਾਂ ਨਵੀਆਂ ਰੈਸਪੀਆਂ ਟਰਾਈ ਕਰਦੀ ਹਾਂ ਤਾਂ ਅਕਸਰ ਮੇਰੇ ਕੋਲ ਨਹੀਂ ਸਹੀ ਬਣਦੀਆਂ, ਕਿਉਂਕਿ ਉਹਨਾਂ ਦੀ ਰੈਸਪੀ ਨਹੀਂ ਸਹੀ ਹੁੰਦੀ ਹੈਗੀ। ਉਹ ਖੁਦ ਸਿੱਖਦੇ ਹੁੰਦੇ, ਉਹੀ ਵੀਡੀਓ ਚੁੱਕ ਕੇ ਲਾ ਦਿੰਦੇ। ਮੈਂ ਤੁਹਾਨੂੰ ਦਊਂਗੀ ਪਰਫੈਕਟ ਵਾਲੀ ਰੈਸਪੀ ਬਣਾ ਕੇ ਖੁਦ ਇੱਕ ਵਾਰੀ ਪਹਿਲਾਂ ਦੇਖਦੀ ਹਾਂ, ਦੇਖ ਕੇ ਫਿਰ ਮੈਂ ਤੁਹਾਨੂੰ ਨਾ ਰੈਸਪੀ ਦਿੰਦੀ ਹਾਂ ਕਿ ਉਹ ਕਿੱਦਾਂ ਦੀ ਬਣੀ ਆ। ਫਿਰ ਇਨਸ਼ਾਅੱਲਾ ਫਿਰ ਉਹ ਆਪਣੀ ਕੰਟੀਨਿਊ ਰੱਖਦੇ ਹਾਂ। ਕੋਈ ਨਵੀਂ ਫਿਰ ਇਹ ਤੋਂ ਇਲਾਵਾ ਰੈਸਪੀ ਅਸੀਂ ਨਹੀਂ ਕਰਦੇ। ਸਾਰੀ ਬੇਲ ਲਈ ਸੀ, ਬੇਲ ਕੇ ਤਾਂ ਹੁਣ ਦੇਖੋ ਇਹਦੇ ਆਪਾਂ ਚਕੋਰ ਟੁਕੜੇ ਕਰ ਲਾਂਗੇ ਤਕਰੀਬਨ
ਇਹ ਬਣੇ ਸੀ 3-3 3.5 ਇੰਚ ਦੇ ਚੌੜੇ ਔਰ ਬਿਲਕੁਲ ਚਕੋਰ ਟੁਕੜੀਆਂ ਆਪਾਂ ਕੱਟ ਲਾਂਗੇ। ਤਾਂ ਇਹ ਹੁਣ ਇੰਨਾ ਸ਼ਾਰਟਕਟ ਤਰੀਕਾ ਆ ਨਾ ਕਚੌਰੀਆਂ ਬਣਾਉਣੇ ਦਾ, ਤਾਂ ਇਹਨੂੰ ਹੁਣ ਇੱਕੋ ਹੀ ਦਫਾ ਮਿਹਨਤ ਹੋਈ ਆ, ਜ਼ਿਆਦਾ ਮਿਹਨਤ ਨਹੀਂ ਹੋਈ। ਅਗਰ ਆਪਾਂ ਅਲੱਗ-ਅਲੱਗ ਪੇੜੇ ਵੀ ਬਣਾਉਂਦੇ ਉਹ ਵੀ ਅਗਰ ਤੁਸੀਂ ਕਹੋ ਤਾਂ ਮੈਂ ਰੈਸਪੀ ਤੁਹਾਨੂੰ ਦੇ ਦੂੰਗੀ ਉਹ ਕਿੱਦਾਂ ਬਣਨੀ ਆ, तो इंशाल्लाह मैं वो भी रेसिपी ਤੁਹਾਡੇ ਨਾਲ शेयर करूँगी। ਹੁਣ ਸਾਰੇ पोर्शन बना ਲਾਂਗੇ ਆਪਾਂ, ਜਿਹੜੀ ਸਟਫਿੰਗ ਬਣਾਈ ਸੀ ਸਟਫਿੰਗ ਬਣਾ ਕੇ ਇਹਦੇ ਉੱਤੇ ਇੱਕ ਵੀਰੇ ਰੱਖ ਲਾਂਗੇ। ਤਾਂ ਮੈਂ ਕਿਹਾ ਆ ਜਾਓ ਹੁਣ ਸਾਰੇ ਜਣੇ, ਕਿਉਂਕਿ ਟਾਈਮ ਰਹਿ ਗਿਆ ਥੋੜਾ, ਕਚੌਰੀਆਂ ਨੂੰ ਵੀ ਫਰਾਈ ਕਰਨਾ ਆ ਤਾਂ ਇਹਨਾਂ ਨੂੰ ਵੀ ਟਾਈਮ ਲੱਗਣਾ ਆ। ਤਾਂ ਫਿਰ ਅਸੀਂ ਬਣਾਈਏ। ਆ ਦੇਖੋ ਹੁਣ ਇੱਕ ਦੋਨੋਂ ਸਿਰੇ ਚੁੱਕ ਕੇ ਇੱਕ ਦੂਸਰੇ ਦੇ ਉੱਤੇ ਰੱਖ ਲੈਣੇ ਆ, ਫਿਰ ਦੂਸਰੇ ਦੋਨੋਂ ਸਿਰੇ ਚੁੱਕ ਕੇ ਉਹਨਾਂ ਨੂੰ ਵੀ ਰੱਖ ਲੈਣਾ, ਕਾਬੂ ਕਰ ਲੈਣਾ, ਇਹਨਾਂ ਨੂੰ ਖੁੱਲਣ ਨਹੀਂ ਦੇਣਾ। ਔਰ ਫਿਰ ਚਾਰ ਸਿਰੇ ਫਿਰ ਨਿਕਲੇ ਹੁੰਦੇ, ਫਿਰ ਉਹਨਾਂ ਨੂੰ ਖਿੱਚ ਖੁੱਚ ਕੇ ਫਿਰ ਉਹਨਾਂ ਨੂੰ ਗੋਲ ਪੇੜਾ ਬਣਾ ਲੈਣਾ। ਆ ਲਓ ਹੁਣ ਕਚੌਰੀ ਇੱਦਾਂ ਵੀ ਤੁਸੀਂ ਰੱਖ ਸਕਦੇ ਆ, ਜਿੱਦਾਂ ਬਣਾਈ ਆ ਨਾ ਇਹਨੂੰ ਪੇੜੇ ਦੀ ਸ਼ਕਲ 'ਚ ਇੱਦਾਂ ਵੀ ਬਣਾ ਸਕਦੇ, ਲੇਕਿਨ ਇਹਨੂੰ ਆਪਾਂ ਥੋੜੀ ਜਿਹੀ ਫਲੈਟ ਕਰਾਂਗੇ। ਫਲੈਟ ਕਰਕੇ ਤੇ ਤਾਂ ਕਿ ਇਹ ਖੁਦ ਬਾ ਖੁਦ ਜਦੋਂ ਆਇਲ 'ਚ ਜਾਂਦੀ ਹੈ ਨਾ ਇਹ ਫੁੱਲ ਕੇ ਪੇੜੇ ਵਰਗੂ ਬਣ ਜਾਂਦੀ ਆ। ਇਹਨੂੰ ਇੱਦੀ ਨਾ ਰੱਖੋ ਕਿਉਂਕਿ ਅਗਰ ਪੇੜਾ ਬਣਾਵਾਂਗੇ ਤਾਂ ਫਿਰ ਪਤਾ ਨਹੀਂ ਉਹਦੀ ਸ਼ੇਪ ਹੀ ਪਤਾ ਨਹੀਂ ਕਿੱਦਾਂ ਦੀ ਬਣ ਜਾਂਦੀ ਆ, ਗੋਲ ਜਿਹਾ। ਪਰ ਹੁਣ ਇਹਨੂੰ ਆਪਾਂ ਇੱਦਾਂ ਹੀ ਬਣਾ। ਆ ਦੇਖੋ ਇੱਕ ਵਾਰੀ ਫਿਰ ਮੈਂ ਤੁਹਾਨੂੰ ਦੱਸਾਂ, ਚਾਰੋਂ ਕੋਨੇ ਫੜੇ ਆ, ਫੜ ਕੇ ਤੇ ਚੱਲ ਵੀ ਉਹਨਾਂ ਨੂੰ ਕਾਬੂ ਕੀਤਾ ਵਾ, ਫਿਰ ਚਾਰ ਕੋਨੇ ਬਣ ਕੇ ਆਪੇ ਸਾਹਮਣੇ ਆ ਜਾਂਦੇ, ਫਿਰ ਉਹਨਾਂ ਨੂੰ ਵੀ ਕਾਬੂ ਕਰਨਾ ਵਾ, ਚੱਲ ਵੀ। ਔਰ ਇਹ ਸਾਰੇ ਆਪਣੇ ਇੰਨੀ ਛੇਤੀ ਇੱਦਾਂ ਕਚੌਰੀਆਂ ਸਾਰੀਆਂ ਸਾੜੀਆਂ ਬਣ ਕੇ ਤਿਆਰ ਹੋ ਗਈਆਂ ਸੀਗੀਆਂ। ਔਰ ਮਾਸ਼ਾਅੱਲਾ ਕਿੰਨੇ ਹੱਥ ਲੱਗੇ ਹੋਏ ਸੀਗੇ ਤੇ ਸਾਡੀਆਂ ਕਚੌਰੀਆਂ ਬਣ ਗਈਆਂ। ਆ ਦੇਖੋ ਹੁਣ ਥੋੜਾ ਇੱਦਾਂ ਫੇਰਨਾ ਵਾ, ਇਹਨਾਂ ਨੂੰ ਥੋੜਾ ਨੀਚੇ ਕਰ ਦੇਣਾ। ਔਰ ਜ਼ਿਆਦਾ ਇਹਨਾਂ ਨੂੰ ਬੇਲਣਾ ਵੀ ਨਹੀਂ ਕਿ ਰੋਟੀ ਬਣ ਜਾਵੇ, ਬਸ ਹਲਕਾ ਕਰਨਾ ਹੈ। ਤਾਂ ਫਿਰ ਇਹ ਆਪੇ ਫਿਰ ਨਾ ਅੰਦਰੋਂ ਕੱਚੀਆਂ ਰਹਿੰਦੀਆਂ ਆ ਔਰ ਨਾ ਹੀ ਇਹ ਬਹੁਤ ਗੋਲ ਜਿਹੇ ਪੇੜੇ ਬਣਦੇ ਆ। ਹੁਣ ਆਪਾਂ ਦੇਖੋ ਹੁਣ ਆਇਲ ਦਾ ਟੈਂਪਰੇਚਰ ਤੁਸੀਂ ਖੁਦ ਹੀ ਚੈੱਕ ਕਰ ਲਓ। ਤਾਂ ਇੰਨਾ ਥੋੜਾ ਸੀ ਬਸ ਰੱਖਿਆ ਆਇਲ ਮੈਂ ਚੁੱਲ੍ਹੇ ਤੇ, ਹਲਕੀ ਅੱਗ ਤੇ ਉਹਦੇ ਵਿੱਚ ਕਚੌਰੀਆਂ ਪਾ ਦਿੱਤੀਆਂ। ਕਚੌਰੀਆਂ ਨੂੰ ਹਮੇਸ਼ਾ ਜਿਹੜੇ ਜੋੜ ਵਾਲੇ ਸਾਈਡ ਆ ਉਹਨਾਂ ਨੂੰ ਨੀਚੇ ਕਰਿਆ ਕਰੋ ਔਰ ਪਲੇਨ ਵਾਲੀ ਸਾਈਡ ਉੱਪਰ ਕਰਿਆ ਕਰੋ, ਤਾਂ ਕਿ ਨੀਚੇ ਥੋੜੀ ਜਿਹੀ ਇਹ ਜ਼ਿਆਦਾ ਪੱਕ ਜਾਣ। ਤੇ ਹੁਣ ਇਹਨੂੰ ਤਕਰੀਬਨ 5-6 ਮਿੰਟ ਤਾਂ ਇੱਦਾਂ ਹੀ ਪਈਆਂ ਰਹਿੰਦੀਆਂ ਨੀਚੇ। ਇਹ ਫਿਰ ਖੁਦ ਹੀ ਜਦੋਂ ਉਹਨਾਂ ਥੋੜੀ ਜਿਹੀਆਂ ਹਲਕੀਆਂ ਹੁੰਦੀਆਂ ਨਾ ਕਚੌਰੀਆਂ, ਇਹ ਆਹਿਸਤਾ ਦੇਖੋ ਉੱਪਰ ਆ ਜਾਂਦੀਆਂ। ਉੱਪਰ ਜਦੋਂ ਤੇਰ ਕੇ ਆਉਣ ਲੱਗ ਜਾਂਦੀਆਂ ਹੈ ਨਾ, ਸਮਝ ਲਓ ਕਿ ਹੁਣ ਆਪਣੀਆਂ ਕਚੌਰੀਆਂ। ਤਾਂ ਅੱਗ ਆਪਾਂ ਹਜੇ ਵੀ ਘੱਟ ਹੀ ਰੱਖਣੀ ਆ, ਆਂਚ ਨੂੰ ਬਿਲਕੁਲ ਤੇਜ਼ ਨਹੀਂ ਕਰਨਾ। ਤੇਜ਼ ਕਰਕੇ ਤਾਂ ਫਿਰ ਅੰਦਰੋਂ ਰਹਿ ਜਾਊਗਾ ਆਟਾ ਜਿਹਾ, ਹੋ ਜੂਗੀ ਕ੍ਰਿਸਪੀ, ਉਹਦਾ ਕੋਈ ਫਾਇਦਾ ਨਹੀਂ ਆ। ਕਚੌਰੀਆਂ ਨੂੰ ਟੋਟਲ ਜਿਹੜਾ ਟਾਈਮ ਲੱਗਦਾ ਹੈ ਨਾ 17-18 ਮਿੰਟ, ਤਕਰੀਬਨ 20 ਮਿੰਟ ਲੱਗਦੇ ਆ ਇਹ ਕਚੌਰੀਆਂ ਨੂੰ। ਇਸ ਲਈ ਕਹਿੰਦੇ ਕਿ ਥੋੜ੍ਹਾ ਜਿਹਾ ਪਹਿਲੇ ਬਣਾ ਲੈਣਾ ਔਰ ਫਿਰ ਜਦੋਂ ਫਰਾਈ ਕਰਨਾ ਉਹਨੂੰ ਟਾਈਮ ਲੱਗਣਾ। ਤਾਂ ਕਚੌਰੀਆਂ ਬੜੀਆਂ ਸਬਰ ਆਜ਼ਮਾ ਕੰਮ ਆ, ਇਹਨੂੰ ਥੋੜ੍ਹਾ ਜਿਹਾ ਸਬਰ ਦੇ ਨਾਲ ਬਣਾਉਣਾ ਪੈਂਦਾ ਹੈ ਕਿਉਂਕਿ ਜਦੋਂ ਇਹਦੀ ਡੋਹ ਬਣਦੀ ਉਦੋਂ ਵੀ ਸਬਰ, ਤੇ ਜਦੋਂ ਇਹਨੂੰ ਫਰਾਈ ਕਰਦੇ ਉਦੋਂ ਵੀ ਸਬਰ। ਤਾਂ ਇਹ ਸਬਰ ਵਾਲੇ ਬੰਦੇ ਹੀ ਕੰਮ ਕਰਨ ਤਾਂ ਫਿਰ ਕੰਮ ਚੱਲਦਾ। ਜਜ਼ਬਾਤੀ ਬੰਦੇ ਨਹੀਂ ਇਹ ਕਚੌਰੀਆਂ ਬਣਾ ਸਕਦੇ ਹੈਗੇ, ਸਬਰ ਵਾਲੇ ਬੰਦੇ ਹੀ ਕਚੌਰੀਆਂ ਬਣਾ ਸਕਦੇ। ਚੱਲ ਬਈ ਇਹ ਦੇਖੋ ਹੁਣ ਇੱਧਰੋਂ ਰੰਗ ਦੇਖੋ ਕਿੰਨਾ ਸੋਹਣਾ ਆ ਗਿਆ, ਹਲਕਾ ਜਿਹਾ ਗੋਲਡਨ ਆਇਆ। ਤਾਂ ਮੈਂ ਥੋੜ੍ਹੀਆਂ ਉਧਰ ਨੂੰ ਪੁੱਠੀਆਂ ਕਰ ਦਿੱਤੀਆਂ। ਹੁਣ ਆ ਦੇਖ ਉਧਰ ਨੂੰ ਪਲਟ ਦਿੱਤਾ, ਪਲਟ ਕੇ ਤਾਂ ਹੁਣ ਇਹਨੂੰ ਥੋੜ੍ਹਾ ਜਿਹਾ ਉੱਪਰ ਕਰਕੇ ਫਿਰ ਉਹਨਾਂ ਨੂੰ ਥੋੜ੍ਹਾ ਜਿਹਾ ਕਲਰ ਦੇ ਲਾਂਗੇ। ਅੱਗ ਮੈਂ ਹੁਣ ਤੇਜ਼ ਕਰ ਦਿੱਤੀ ਆ ਤਾਂ ਕਿ ਇਹਦੇ ਵਿੱਚ ਆਇਲ ਨਾ ਜਜ਼ਬ ਹੋਵੇ। ਜਦੋਂ ਕੱਢਣੀ ਆ ਨਾ ਕਚੌਰੀਆਂ ਉਦੋਂ 2 ਮਿੰਟ ਪਹਿਲਾਂ ਅੱਗ ਤੇਜ਼ ਕਰ ਲੈਣੀ ਆ, ਉਹਦਾ ਕਲਰ ਵੀ ਸੋਹਣਾ ਜਿਹਾ ਲੈ ਆਉਣਾ ਵਾ, ਚਿੰਚਟੀਆਂ ਨਾ ਰਹਿਣ। ਹੋਰ ਉਹਦਾ ਆਇਲ ਵੀ ਇੱਦਾਂ ਹੀ ਨਿਕਲਦਾ ਤੇਜ਼ ਅੱਗ ਤੇ, ਠੰਡੇ ਅੱਗ ਤੇ ਕਦੀ ਨਾ ਕਚੌਰੀਆਂ ਕੱਢੋ। ਆਹ ਕਚੌਰੀਆਂ ਹੁਣ ਦੇਖੋ ਸਾਡੀਆਂ ਬਣ ਕੇ ਤਿਆਰ ਹੋ ਗਈਆਂ। ਹੁਣ ਤੁਸੀਂ ਖੁਦ ਹੀ ਅੰਦਾਜ਼ਾ ਲਾ ਹੁਣ ਆ ਕਿੱਦਾਂ ਦੀਆਂ ਹੋ ਸਕਦੀਆਂ, ਕਿੰਨੀਆਂ ਜ਼ਾਲਮ ਕਚੌਰੀਆਂ ਬਣੀਆਂ ਆ ਕਿ ਬੰਦਾ ਦੇਖ ਕੇ ਮੂੰਹ ਦੇ ਵਿੱਚ ਪਾਣੀ ਆ ਜਾਂਦਾ ਵਾ। ਇੰਨੀਆਂ ਮਜ਼ੇਦਾਰ ਕਚੌਰੀਆਂ ਬਣੀਆਂ ਸੀ ਕਿ ਮੈਂ ਤੁਹਾਨੂੰ ਕੁਝ ਦੱਸ ਨਹੀਂ ਸਕਦੀ। ਤਾਂ ਦੂਸਰਾ ਮੈਂ ਫਿਰ ਪੂਰ ਪਾ ਦਿੱਤਾ ਵਾ ਵਿੱਚ, ਇਹਨੂੰ ਵੀ ਇੱਦਾਂ ਹੀ ਪਕਾਉਣਾ ਵਾ। ਤਾਂ ਮੇਰਾ ਸ਼ਹਿਜ਼ਾਦਾ ਬਾਰ-ਬਾਰ ਚਮਚੀਆਂ ਉੱਤੇ ਪਾਈ ਜਾਂਦਾ ਸੀ, ਇੱਕ ਚਮਚੀ ਮਾਰ ਕੇ ਥੋੜ੍ਹੀ ਜਿਹੀ ਜ਼ਖਮੀ ਵੀ ਕਰ ਦਿੱਤੀ ਸੀ ਕਚੌਰੀ। ਮੈਂ ਕਿਹਾ ਪੁੱਤ ਪਕਣੀ ਤਾਂ ਉਦੋਂ ਹੀ ਆ ਜਦੋਂ ਇਹਨਾਂ ਦਾ ਟਾਈਮ ਪੂਰਾ ਹੋਣਾ ਵਾ, ਨਾ ਉੱਤੇ ਘੇ ਪਾਉਣ ਦੀ ਆਪਾਂ ਨੂੰ ਜ਼ਰੂਰਤ ਹੈ ਨਾ ਕੁਛ। ਆਹ ਦੇਖੋ ਹੁਣ ਸਾਰੀਆਂ ਹੁਣ ਆਪਾਂ ਕਿਸੇ ਸਟੈਂਡਰ 'ਚ ਰੱਖਾਂਗੇ, ਥੋੜ੍ਹੀ ਦੇਰ ਉਹਦਾ ਜਿਹੜਾ ਆਇਲ ਜਦੋਂ ਨਿਚੜ ਜਾਂਦਾ ਤਾਂ ਆਪਾਂ ਕੱਢ ਦਾਂਗੇ ਕਿਸੇ ਪਲੇਟਰ ਦੇ ਵਿੱਚ। ਸਾਰੀਆਂ ਕਚੌਰੀਆਂ ਸਾਡੀਆਂ ਬਣ ਕੇ ਤਿਆਰ ਹੋ ਗਈਆਂ ਆ, ਮਾਸ਼ਾਅੱਲਾ ਮਾਸ਼ਾਅੱਲਾ, ਅਲਹਮਦੁਲਿਲਾ। ਦੇਖੋ ਹੁਣ ਤੁਸੀਂ ਖੁਦ ਹੀ ਦੇਖੋ, ਅੱਜ ਮੈਂ ਤੁਹਾਨੂੰ ਇੰਨੀ ਸੋਹਣੀ ਰੈਸਪੀ ਦਿੱਤੀ ਹੈ ਹਲਵਾਈ ਸਟਾਈਲ ਦੀ। ਤੁਸੀਂ ਇਹ ਸਟਫਿੰਗ ਦਾਲ ਕਚੌਰੀ ਵੀ ਬਣਾ ਸਕਦੇ, ਕਿਸੇ ਵੀ ਤਰੀਕੇ ਨਾਲ ਆਪਣਾ ਕਾਰੋਬਾਰ ਕਰੋ। ਘਰ ਬੈਠ ਕੇ ਔਰਤਾਂ ਇੱਦਾਂ ਦਾ ਕਾਰੋਬਾਰ ਕਰ ਸਕਦੀਆਂ ਜਿਨ੍ਹਾਂ ਨੂੰ ਸੋਹਣਾ ਹੱਥ ਵਿੱਚ ਜ਼ਾਇਕਾ ਹੋਵੇ। ਦੁਨੀਆ ਆਪੇ ਉਹਨਾਂ ਕੋਲ ਮੰਗ ਕੇ ਖਾਂਦੀ ਹੈ। ਅਗਰ ਆਪਣੇ ਹੱਥ 'ਚ ਜ਼ਾਇਕਾ ਹੋਵੇ ਤਾਂ ਮਿਹਨਤ ਦਾ ਜਜ਼ਬਾ ਹੋਵੇ। ਮਿਹਨਤ ਨਾਲ ਕਹਿੰਦੇ ਆ ਨਾ ਖਿਦਮਤ ਨਾਲ ਖੁਦਾ ਮਿਲਦਾ ਆ। ਮਿਹਨਤ ਦਾ ਜਜ਼ਬਾ ਇਨਸਾਨ ਦੇ ਅੰਦਰ ਲਾਜ਼ਮੀ ਹੋਣਾ ਚਾਹੀਦਾ, ਸਬਰ ਦਾ ਮਾਦਾ ਹੋਣਾ ਚਾਹੀਦਾ। ਤਾਂ ਚੀਜ਼ਾਂ ਆਪੇ ਬਣ ਕੇ ਸੋਹਣੀਆਂ ਜਿਹੀਆਂ ਤਿਆਰ ਹੁੰਦੀਆਂ ਆ। ਇੰਨੀਆਂ ਸੋਹਣੀਆਂ ਸਾਡੀਆਂ ਕਚੌਰੀਆਂ ਬਣ ਕੇ ਤਿਆਰ ਹੋਈਆਂ। ਉਮੀਦ ਕਰੂੰਗੀ ਤੁਹਾਨੂੰ ਵੀ ਪਸੰਦ ਆਈਆਂ। ਤੁਸੀਂ ਵੀ ਜ਼ਰੂਰ ਬਣਾਇਓ, ਟਰਾਈ ਕਰਿਓ ਔਰ ਮੈਨੂੰ ਕਮੈਂਟ 'ਚ ਦੱਸਿਓ ਕਿ ਤੁਹਾਡੀਆਂ ਕਚੌਰੀਆਂ ਕਿੱਦਾਂ ਦੀਆਂ ਬਣੀਆਂ, ਇੱਦਾਂ ਦੀਆਂ ਬਣੀਆਂ ਜਾਂ ਨਹੀਂ ਬਣੀਆਂ। ਇਸ ਤੋਂ ਇਲਾਵਾ ਅਗਰ ਕੋਈ ਹੋਰ ਰੈਸਿਪੀ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ 'ਚ ਜ਼ਰੂਰ ਦੱਸਿਓ ਕਿ ਹੁਣ ਮੈਂ ਕਿਹੜੀ ਰੈਸਿਪੀ ਬਣਾਵਾਂ। ਤਾਂ ਮੈਂ ਉਹ ਬਣਾਉਣ ਦੀ ਪੂਰੀ ਕੋਸ਼ਿਸ਼ ਕਰੂੰਗੀ। ਕਿੰਨੀਆਂ ਕਚੌਰੀਆਂ ਸਾਡੀਆਂ ਜ਼ਬਰਦਸਤ ਬਣੀਆਂ ਆ। ਤਾਂ ਅੱਲਾਹ ਤਾਲਾ ਸਾਡੀ ਸਾਰੀ ਮਿਹਨਤ ਨੂੰ ਕਬੂਲ ਕਰੇ। ਅੱਲਾਹ ਤਾਲਾ ਸਾਰੇ ਰੋਜ਼ੇਦਾਰਾਂ ਦੀਆਂ ਦੁਆਵਾਂ ਨੂੰ ਕਬੂਲ ਕਰੇ। ਅੱਲਾਹ ਤਾਲਾ ਉਹਨਾਂ ਦੇ ਸਦਕੇ ਸਾਡੀਆਂ ਵੀ ਹਾਜਾਤ ਨੂੰ ਦੁਆਵਾਂ ਨੂੰ ਕਬੂਲ ਕਰੇ। ਅੱਲਾਹ ਤਾਲਾ ਸਾਰੇ ਮੁਸਲਮਾਨਾਂ 'ਤੇ ਰਹਿਮ ਕਰਮ ਫਰਮਾਏ। ਅੱਲਾਹ ਤਾਲਾ ਫਲਸਤੀਨ ਦੇ ਮੁਸਲਮਾਨਾਂ 'ਤੇ, ਹਰ ਇੱਕ ਕਸ਼ਮੀਰ ਦੇ ਮੁਸਲਮਾਨਾਂ 'ਤੇ, ਸਾਰੇ ਮੁਸਲਮਾਨਾਂ 'ਤੇ ਜਿੱਥੇ ਮੁਸੀਬਤ ਆ, ਪਰੇਸ਼ਾਨ ਆ ਇਨਸਾਨ, ਜਿਹੜੇ ਵੀ ਪਰੇਸ਼ਾਨ ਆ, ਬਿਮਾਰ ਆ, ਸਾਰਿਆਂ ਦੀ ਅੱਲਾਹ ਤਾਲਾ ਮੁਸ਼ਕਿਲਾਂ ਆਸਾਨ ਕਰੇ ਔਰ ਅੱਲਾਹ ਤਾਲਾ ਸਾਨੂੰ ਦੁਨੀਆ ਔਰ ਆਖਰਤ ਵਿੱਚ ਦੋਨਾਂ ਵਿੱਚ ਕਾਮਯਾਬੀ ਕਰ ਦੇਵੇ। ਤਾਂ ਆਮੀਨ ਸੁਮਾ ਆਮੀਨ। ਬਹੁਤ ਸਾਰਾ ਆਪਣਾ ਖਿਆਲ ਰੱਖਿਓ, ਦੁਆਵਾਂ 'ਚ ਯਾਦ ਰੱਖਿਓ। ਅਗਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਿਓ। ਤਾਂ ਹੁਣ ਮੈਨੂੰ ਦਿਓ ਇਜਾਜ਼ਤ। अस्सलाम वालेकुम व रहमतुल्लाहि व बरकातुहू।